ਹੁਣ ਅਸੀਂ ਕਰਨ ਜਾ ਰਹੇ ਹਾਂ 10ਵੀਂ ਜਮਾਤ ਦਾ ਗਣਿਤ ਦਾ ਅਭਿਆਸ ਦੂਸਰਾ, ਜਿਸ ਦਾ ਨਾਮ ਹੈ ਜੀ ਬਹੁਪਦ। ਇੰਗਲਿਸ਼ ਵਿੱਚ ਬੋਲਦੇ ਆ ਜੀ ਇਸ ਨੂੰ ਪੋਲੀਨੋਮੀਅਲ। ਪੋਲੀ ਦਾ ਮਤਲਬ ਕਈ। ਤੁਹਾਡੀ ਯਾਦ ਹੋਏਗਾ 9ਵੀਂ ਕਲਾਸ ਦੇ ਵਿੱਚ ਤੁਸੀਂ ਵਿਸਤਾਰਪੂਰਵਕ ਬਹੁਪਦਾਂ ਬਾਰੇ ਪੜ੍ਹ ਚੁੱਕੇ ਹੋ। ਬਹੁਪਦਾਂ ਬਾਰੇ ਪੜ੍ਹਨ ਤੋਂ ਪਹਿਲਾਂ ਤੁਹਾਡੇ ਇਹ ਵੀ ਯਾਦ ਹੋਏਗਾ ਕਿ ਤੁਸੀਂ ਪਹਿਲਾਂ ਪੜ੍ਹਿਆ ਸੀ ਕਿ ਚਲ ਰਾਸ਼ੀਆਂ ਵੇਰੀਏਬਲਸ ਕੀ ਹੁੰਦੇ ਹੈ, ਕਾਂਸਟੈਂਟ ਯਾਨੀ ਕਿ ਅਚਲ ਰਾਸ਼ੀਆਂ ਕੀ ਹੁੰਦੀਆਂ, ਵੇਰੀਏਬਲ ਜਿਨ੍ਹਾਂ ਦੇ ਮੁੱਲ ਵੇਰੀ ਕਰਦੇ ਆ ਯਾਨੀ ਕਿ ਚਲ ਰਾਸ਼ੀਆਂ ਜਿਨ੍ਹਾਂ ਦੇ ਮੁੱਲ ਵੱਧਦੇ ਘਟਦੇ ਰਹਿੰਦੇ ਹੈ। ਜਿਸ ਤਰ੍ਹਾਂ ਫਰਵਰੀ ਮਹੀਨੇ ਦਿਨਾਂ ਦੀ ਗਿਣਤੀ ਕਦੇ 28 ਕਦੇ 29। ਤੁਹਾਡਾ ਭਾਰ ਕਦੇ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ। ਦਿਨ ਦਾ ਤਾਪਮਾਨ ਕਦੇ ਵੱਧ ਕਦੇ ਘਟ। ਇਹਨਾਂ ਨੂੰ ਬੋਲਿਆ ਜਾਂਦਾ ਜੀ ਵੇਰੀਏਬਲਸ ਯਾਨੀ ਕਿ ਚਲ ਸੰਖਿਆਵਾਂ। ਔਰ ਇਹਨਾਂ ਨੂੰ ਅੰਗਰੇਜ਼ੀ ਦੀ ਸਮੌਲ ਲੈਟਰਸ XYZ ਪਿਛਲੇ ਤਰਫੋਂ ਸ਼ੋਅ ਕੀਤਾ ਜਾਂਦਾ ਹੈ। ਅਤੇ ਅਚਲ ਰਾਸ਼ੀਆਂ ਯਾਨੀ ਕਿ ਕਾਂਸਟੈਂਟ ਅਜਿਹੀਆਂ ਰਾਸ਼ੀਆਂ ਜਿਨ੍ਹਾਂ ਦੇ ਮੁੱਲ ਸਥਿਰ ਰਹਿੰਦੇ ਹੈ, ਨਹੀਂ ਵੱਧਦੇ। ਜਿਸ ਤਰ੍ਹਾਂ ਇੱਕ ਹਫ਼ਤੇ ਦੇ ਵਿੱਚ ਦਿਨਾਂ ਦੀ ਗਿਣਤੀ ਹਮੇਸ਼ਾ ਫਿਕਸ ਰਹੀ ਹੈ ਜੀ, 7 ਦਿਨ ਹੁੰਦੇ ਹੈ। ਇਸ ਦੇ ਨਾਲ ਹੀ ਤੁਸੀਂ ਅਚਲ ਰਾਸ਼ੀਆਂ ਦੀ ਇੱਕ ਹੋਰ ਉਦਾਹਰਨ ਦੇਖੋ। ਸਾਲ ਦੇ ਵਿੱਚ ਮਹੀਨਿਆਂ ਦੀ ਗਿਣਤੀ ਹਮੇਸ਼ਾ ਮਹੀਨੇ ਸਾਲ ਦੇ ਵਿੱਚ 12 ਫਿਕਸ ਹੁੰਦੇ ਆ ਜੀ, ਮਤਲਬ ਇਹ ਗਿਣਤੀ ਕਦੇ ਵੱਧਦੀ ਘਟਦੀ ਨਹੀਂ। ਸੋ ਇਹਨਾਂ ਨੂੰ ਅਚਲ ਰਾਸ਼ੀਆਂ ਕਾਂਸਟੈਂਟ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਜਦੋਂ ਇਹਨਾਂ ਨੂੰ ਬੀਜ ਗਣਿਤਿਕ ਆਪਰੇਸ਼ਨਸ ਜੋੜ ਘਟਾਓ ਗੁਣਾ ਭਾਗ ਦੇ ਨਾਲ ਇਕੱਠਾ ਕਰ ਲਿਆ ਜਾਂਦਾ ਸੀ ਤਾਂ ਅਸੀਂ ਪ੍ਰਮੇਯ ਵਿਅੰਜਕ ਪੜ੍ਹੇ ਸੀ। ਉਹਨਾਂ ਪ੍ਰਮੇਯ ਵਿਅੰਜਕਾਂ ਦੇ ਵਿੱਚੋਂ ਸਿਰਫ ਜਿਹੜੇ ਵਿਅੰਜਕਾਂ ਦੀਆਂ ਚਲਾਂ ਦੀਆਂ ਘਾਤਾਂ ਪੂਰਨ ਸੰਖਿਆਵਾਂ ਸੀ ਉਹਨਾਂ ਨੂੰ ਅਸੀਂ ਪੋਲੀਨੋਮੀਅਲ ਯਾਨੀ ਕਿ ਬਹੁਪਦਾਂ ਦੇ ਅੰਤਰਗਤ ਰੱਖਿਆ ਸੀ। ਆਓ ਹੁਣ ਬਹੁਤੇ ਵਿਸਤਾਰ ਵਿੱਚ ਨਾ ਜਾ ਕੇ ਆਪਾਂ ਸ਼ੁਰੂ ਕਰਦੇ ਹਾਂ ਜੀ ਬਹੁਪਦਾਂ ਬਾਰੇ ਜਾਣਕਾਰੀ। ਸਭ ਤੋਂ ਪਹਿਲਾਂ ਦੇਖੋ ਜੀ ਬਹੁਪਦਾਂ ਦੀਆਂ ਕੁਝ ਉਦਾਹਰਨਾਂ ਮੈਂ ਲਿਖਣ ਲੱਗਾ। ਜਿਸ ਤਰ੍ਹਾਂ x+7 2x² + 3x + 6 6x³ - 7x - 4 ਜਾਂ ਇਕੱਲਾ 7 ਕਹਿ ਲਓ। 7 ਨੂੰ ਤੁਸੀਂ ਲਿਖ ਸਕਦੇ ਹੋ 7 × x ਦੀ ਘਾਤ 0। ਤਾਂ ਪਿਛਲੇ ਸਾਲ ਤੁਸੀਂ ਕਰਕੇ ਆਏ ਸੀ ਸਾਰੇ ਬਹੁਪਦ ਦੀ ਘਾਤ ਕੀ ਹੁੰਦੀ ਹੈ ਜੀ? ਬਹੁਪਦ ਵਿੱਚ ਮੌਜੂਦ ਚਲਾਂ ਦੀ ਸਭ ਤੋਂ ਵੱਡੀ ਘਾਤ। ਇਸ ਨੂੰ ਡਿਗਰੀ ਵੀ ਕਹਿ ਦਿੱਤਾ ਜਾਂਦਾ ਜੀ, ਡਿਗਰੀ। ਉਦਾਹਰਨ ਵਜੋਂ ਮੇਰਾ ਪਹਿਲਾ ਬਹੁਪਦ ਸੀ x+7। ਇੱਥੇ x ਦੀ ਘਾਤ 1 ਹੈ, ਹੋਰ ਕਿਸੇ ਵੀ ਜਗ੍ਹਾ x ਨਹੀਂ ਹੈ। 7 ਦੇ ਨਾਲ ਤੁਸੀਂ 7 × x ਦੀ ਘਾਤ 0 ਸਮਝ ਸਕਦੇ ਹੋ। ਤਾਂ ਚਲ ਦੀ ਵੱਡੀ ਘਾਤ ਕਿੰਨੀ ਹੈ ਜੀ? 1। ਤਾਂ ਇਸ ਕੇਸ ਦੇ ਵਿੱਚ ਬਹੁਪਦ x+7 ਦੀ ਘਾਤ 1 ਹੈ। ਇਸੇ ਤਰੀਕੇ ਨਾਲ ਦੂਸਰਾ ਬਹੁਪਦ, ਇਹਦੇ ਵਿੱਚ ਦੇਖੋ ਜੀ x ਦੀ ਘਾਤ ਇੱਥੇ 2 ਹੈ, ਇੱਥੇ 1 ਹੈ, ਇੱਥੇ x ਦੀ ਘਾਤ 0 ਹੋ ਗਈ। ਤਾਂ ਸਭ ਤੋਂ ਵੱਡੀ ਘਾਤ 2 ਹੈ। ਤਾਂ ਇਸ ਬਹੁਪਦ ਦੀ ਘਾਤ 2 ਹੋ ਗਈ। ਇਸੇ ਤਰੀਕੇ ਨਾਲ ਤੀਸਰੀ ਉਦਾਹਰਨ ਦੇ ਵਿੱਚ ਬਹੁਪਦ ਦੀ ਘਾਤ ਸਭ ਤੋਂ ਵੱਡੀ ਜੀ x ਦਾ ਮੁੱਲ ਪਾਵਰ ਦਾ ਮੁੱਲ 3, ਬਹੁਪਦ ਦੀ ਘਾਤ 3 ਹੈ। ਹੁਣ ਇਸ ਕੇਸ 'ਚ ਕੀ ਹੈ ਜੀ? ਬਹੁਪਦ ਦੀ ਘਾਤ 0 ਹੈ। ਇਸ ਕਰਕੇ ਇਸ ਨੂੰ ਕਾਂਸਟੈਂਟ ਜਾਂ ਅਚਲ ਰਾਸ਼ੀ ਵੀ ਕਹਿ ਦਿੱਤਾ ਜਾਂਦਾ ਹੈ। ਇਸ ਕਰਕੇ ਇਸ ਦਾ ਨਾਮ ਹੈ ਕਾਂਸਟੈਂਟ ਪੋਲੀਨੋਮੀਅਲ ਯਾਨੀ ਕਿ ਅਚਲ ਬਹੁਪਦ। ਹੁਣ ਇੱਕ ਗੱਲ ਨੋਟ ਕਰਨੀ ਹੈ ਆਪਾਂ ਜੀ, ਜਦੋਂ ਅਸੀਂ ਸਿਫਰ ਪਤਾ ਕਰਨੇ ਸਿੱਖੇ, ਸਿਫਰ, ਤਾਂ ਸਿਫਰਾਂ ਲਈ ਅਸੀਂ ਕੀ ਕਰਦੇ ਸੀ? ਕਿਸੇ ਵੀ ਬਹੁਪਦ ਨੂੰ ਬਰਾਬਰ 0 ਰੱਖ ਦਿੰਦੇ ਸੀ। ਤੁਹਾਡੇ ਯਾਦ ਹੋਏਗਾ ਸਿਫਰ ਕਿਸੇ ਬਹੁਪਦ ਦਾ ਉਹ ਮੁੱਲ ਸੀ ਜਿਸ ਨੂੰ ਚਲ ਦੇ ਵਿੱਚ ਭਰਨ ਦੇ ਨਾਲ ਤੁਹਾਡਾ ਆਨਸਰ 0 ਹੋ ਜਾਂਦਾ ਸੀ। ਬਿਲਕੁਲ ਠੀਕ। ਤਾਂ ਇਸ ਕੇਸ ਦੇ ਵਿੱਚ ਕਿਉਂਕਿ ਮੈਂ x+7 ਬਹੁਪਦ ਦੀ ਸਿਫਰ ਲੱਭਣੀ ਚਾਹੁੰਦਾ, ਤਾਂ ਮੈਂ ਬਹੁਪਦ ਨੂੰ ਬਰਾਬਰ 0 ਦੇ ਰੱਖ ਕੇ ਇੱਕ ਸਮੀਕਰਨ ਦੇ ਵਿੱਚ ਤਬਦੀਲ ਕਰ ਲਿਆ। ਤਾਂ ਹੁਣ 7 ਇੱਧਰ ਖੱਬੇ ਹੱਥ ਪਲੱਸ ਦਾ ਹੈ ਤਾਂ ਸੱਜੇ ਜਾ ਕੇ ਮਾਈਨਸ ਦਾ ਹੋ ਗਿਆ। 7 ਚੋਂ 0 ਗਏ 7, ਸਾਈਨ ਨੂਮੈਰੀਕਲੀ ਵੱਡੇ ਵਾਲਾ। ਇਸ ਕਰਕੇ ਮੈਨੂੰ 0 ਪ੍ਰਾਪਤ ਹੋਈ
-7। एक होर उदाहरण लो, जिस तरह x² + 5x + 6। इस बहुपद की मैं सिफर पता करनी चाहना, तो मैं इस नूं पहलां बराबर रखांगा 0 दे। तो हुण समीकरण बदल गई, बन चुकी है। हुण इस समीकरण नूं तुसीं हल कर लिओ। तुहाडे कोले दो मुल आउणगे, x + 2 ते x गुणा x + 3 बराबर 0। या तो पहली ब्रैकेट बराबर 0 दे आएगी या दूसरी ब्रैकेट बराबर 0 दे। तो सिफर तुहाडे कोले दो हो जाणगियां जी, -2 ते -3। हुण एक गल नोट करो, पहले केस दे विच घात 1 है तो सिफरां दी गिणती कितनी है जी, वो भी 1 आई है। दूसरे केस दे विच बहुपद की घात 2 है तो सिफरां की गिणती भी 2 आई है। यानी कि जिन्नी किसी बहुपद की घात होवे उस दियां उन्नियां वध तो वध सिफरां हो सकदियां। ये मैं लिखण लगा जी, बहुपद दियां वध तो वध सिफरां की गिणती बराबर हुंदी है जी बहुपद की घात। यानी कि जिन्नी बहुपद की घात है किसी बहुपद दियां वध तो वध उन्नियां ही सिफरां हो सकदियां। हुण एक गल मैं वैसे तुहानूं दस देवां जी, उदाहरण वजों तुसीं कहोगे जी अचल बहुपद 7 है, इहदियां सिफरां दसो। हुण इस केस दे विच 7 नूं बराबर 0 दे नहीं रखिया जा सकदा, इस करके इत्थे 7 दीयां सिफरां की गिणती नहीं पता की जा सकती। आओ जी आपां अभ्यास 2.1 दे प्रश्न हल करते हैं इसे आधार के उत्ते। एक बड़ी इंपॉर्टेंट गल पहला मैं तुहानूं दस देवां कि जिहड़े बहुपद की घात 1 होवे उसनूं रेखी बहुपद भी कह दिंदे आ। चलो ये भी रख दईए, रेखी बहुपद बराबर जिस बहुपद की घात 1 होवे, ये उसका नाम है जी रेखी बहुपद। हुण असल 'च गल पता की हुंदी है, तुहाडे याद होएगा तुसी 9वीं श्रेणी दे विच 4x का ग्राफ पता करना सीखिया सी। यानी कि बहुपद 4x है, इसनूं ग्राफ पेपर के उत्ते तुसीं प्लॉट कीता सी तां इहनूं मन्निया सी जी y दे बराबर। तां हुण बहुपद नूं y दे बराबर मन के आपां समीकरण दे विच बदल लिया सी ते जिहड़ा इसदा ग्राफ सी तुसीं नोट कीता होना जी, वो बिल्कुल सीधी रेखा आ रही सी, सरल रेखा। सरल रेखा तो ही रेखी शब्द कढ़िया गया कि यानी कि जिथे बहुपद की घात 1 होवे उस केस तुहानूं सरल रेखा प्राप्त होनी है, तो इस करके इहनूं रेखी बहुपद भी कहा जाता है। एक बड़ी मज़ेदार गल दसदा, किसी भी बहुपद का ग्राफ एक्स धुरे नूं जिन्ने बिंदुआं उत्ते कट्टे उहदियां उन्नियां सिफरां हुंदियां। यानी कि बहुपद दियां सिफरां की गिणती बराबर बहुपद का ग्राफ एक्स धुरे नूं जिन्ने बिंदुआं उत्ते कट्टे। लो जी अभ्यास 2.1 आपां सॉल्व करन लगे आ जी। किसी बहुपद px के लिए y बराबर px का आलेख हेठा दिते चित्र में दिता गया है। हरेक स्थिति में px के सिफरां की गिणती पता करो। हुण नोट करो जी, उदाहरण वजों आपां तीसरा प्रश्न लैने आ। ये y बराबर px का ग्राफ बनाया जी। x धुरे नूं देखो किन्ने बिंदुआं ते कट रहा है, 1 2 ते 3। इत्थे लिख दिंदे आ ग्राफ x धुरे नूं 3 बिंदुआं उत्ते कटदा है, इस करके सिफरां की गिणती बराबर 3। आंसर आ गया जी। हुण इस तरीके नाल नोट करो जी, जिवें ये वाला प्रश्न है
ਐਕਸ ਧੁਰੇ ਨੂੰ ਕਿੰਨੇ ਬਿੰਦੂਆਂ ਤੇ ਕੱਟਿਆ ਜਾ ਰਿਹਾ ਜਾਂ ਸਪਰਸ਼ ਕੀਤਾ ਜਾ ਰਿਹਾ? 2 ਬਿੰਦੂਆਂ ਉੱਤੇ। ਤਾਂ ਤੁਸੀਂ ਲਿਖੋਗੇ ਗ੍ਰਾਫ ਐਕਸ ਧੁਰੇ ਨੂੰ 2 ਬਿੰਦੂਆਂ ਉੱਤੇ ਕੱਟਦਾ ਹੈ, ਇਸ ਕਰਕੇ ਸਿਫਰਾਂ ਦੀ ਗਿਣਤੀ ਬਰਾਬਰ 2 ਆਨਸਰ। ਅੱਛਾ ਜੀ, ਇੱਥੇ ਦੇਖੋ ਜੀ, ਗ੍ਰਾਫ ਐਕਸ ਧੁਰੇ ਨੂੰ ਸਿਰਫ ਇੱਕ ਬਿੰਦੂ ਉੱਤੇ ਕੱਟਦਾ ਹੈ, ਇਸ ਕਰਕੇ ਸਿਫਰਾਂ ਦੀ ਗਿਣਤੀ ਬਰਾਬਰ 1। ਪਹਿਲੇ ਭਾਗ ਵਿੱਚ ਗ੍ਰਾਫ ਐਕਸ ਧੁਰੇ ਨੂੰ ਕੱਟ ਹੀ ਨਹੀਂ ਰਿਹਾ, ਤਾਂ ਤੁਸੀਂ ਲਿਖੋਗੇ ਗ੍ਰਾਫ, ਚਲੋ ਇਹਦਾ ਉੱਤਰ ਮੈਂ ਇੱਥੇ ਲਿਖ ਦੇਣਾ ਜੀ ਉੱਪਰ, ਗ੍ਰਾਫ ਐਕਸ ਧੁਰੇ ਨੂੰ ਨਹੀਂ ਕੱਟਦਾ, ਇਸ ਕਰਕੇ ਸਿਫਰਾਂ ਦੀ ਗਿਣਤੀ ਬਰਾਬਰ 0। ਲਓ ਜੀ, ਬਾਕੀ ਪ੍ਰਸ਼ਨ ਤੁਸੀਂ ਖੁਦ ਆਪ ਸੋਲਵ ਕਰ ਲੈਣੇ ਆ।